बीजेपी ਦੇ ਜੋ ਕਿ ਬੜੇ ਟਾਈਮ ਤੋਂ ਸਿਆਸਤ ਵਿੱਚ ਨੇ ਤੇ ਜਾਣਦੇ ਆ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। ਆਓ ਤੁਹਾਨੂੰ ਮਿਲਵਾਨੀ ਹੈ ਇੱਥੋਂ ਦੇ ਰਾਜ ਚੌਹਾਨ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਬਹੁਤ ਬਹੁਤ ਧੰਨਵਾਦ ਜੀ। ਸਰ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕੀ ਕਾਰੋਬਾਰ ਕਰਦੇ ਸੀ, ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੀ ਕੀ ਫੈਮਿਲੀ ਬੈਕਗ੍ਰਾਉਂਡ ਹੈ? मेरा जन्म जलालाबाद तो ही है जी। और मेरे पिता श्री कुरंतमल चौहान जी उन्हों दा ज्वैलरी की दुकान से जी। और उस तो बाद मैं पढ़ाई की, मैट्रिक की जी। और उस तो बाद कारोबार की जरूरत थी, इसलिए मैं अपनी दुकान से बैठ गया। जी। और ये जो समाज सेवा की प्रेरणा ये मैनू अपने फादर से मिली, क्योंकि वो लगातार पहले जनसंघ और जनसंघ तो बाद भारतीय जनता पार्टी ਨਾਲ जुड़े हुए सन। ਸਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਮੈਟ੍ਰਿਕ ਤੋਂ ਬਾਅਦ ਮੈਂ ਇੱਧਰ ਹੀ ਲਾਈਨ ਚੁਣੀ, ਮੈਟ੍ਰਿਕ ਤੋਂ ਬਾਅਦ ਤੁਸੀਂ ਅੱਗੇ ਸਟੱਡੀ ਕਿਉਂ ਨਹੀਂ ਕੀਤੀ, ਜਾਂ ਤੁਸੀਂ ਉਦੋਂ ਤੁਹਾਡੇ ਸ਼ੌਂਕ ਕੀ ਸੀਗੇ, ਜਾਂ ਕਿਵੇਂ ਕਿ ਤੁਸੀਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਸਿਆਸਤ ਵਿੱਚ ਆਉਣਾ ਹੈ? ਸਿਆਸਤ ਵਿੱਚ ਆਉਣ ਦਾ ਮਨ ਨਹੀਂ ਸੀ ਉਦੋਂ ਜੀ। ਕਿਉਂਕਿ ਮੈਂ ਬਚਪਨ ਤੋਂ ਹੀ ਲਗਭਗ 10-12 ਸਾਲ ਦੀ ਉਮਰ ਸੀ ਜਦੋਂ ਮੇਰੀ, ਤਾਂ ਮੈਂ ਉਸ ਸਮੇਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਕਾਰਿਆਕਰਤਾ ਬਣਿਆ ਔਰ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਜੋ ਕਾਰਿਆਕਰਤਾ ਬਣ ਜਾਂਦਾ ਹੈ ਉਹ ਸਮਾਜ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ। ਇਸ ਲਈ ਮੇਰੇ ਰੂਟੀਨ ਜੋ ਸੀ, ਜੋ ਮੇਰੇ ਮਨ ਦਾ ਰੀਚ ਸੀ, ਉਹ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਸੇਵਾ ਕਰਨ ਦਾ ਮੇਰੇ ਮਨ ਨੂੰ ਸ਼ੌਂਕ ਸੀ। ਲੇਕਿਨ ਕਿਉਂਕਿ ਉਸ ਸਮੇਂ ਸ਼ੌਪ ਤੇ ਮੇਰੇ ਫਾਦਰ ਸਾਹਿਬ ਔਰ ਮੇਰੇ ਵੱਡੇ ਬ੍ਰਦਰ ਸਨ ਔਰ ਸ਼ੌਪ ਤੇ ਕੰਮ ਹੁੰਦਾ ਸੀ, ਇਸ ਲਈ ਮੈਨੂੰ ਮਜਬੂਰਨ ਪੜ੍ਹਾਈ ਛੱਡਣੀ ਪਈ ਔਰ ਆਪਣੀ ਸ਼ੌਪ ਤੇ ਕੰਮ ਕਰਨਾ ਪਿਆ। ਔਰ ਸ਼ੌਪ ਤੇ ਕੰਮ ਕਰਦੇ ਕਰਦੇ ਮੈਂ ਉਸ ਦੇ ਨਾਲ ਨਾਲ RSS ਦਾ ਕੰਮ ਰੂਟੀਨ ਦੇ ਵਿੱਚ ਕਰਦਾ ਰਿਹਾ। ਔਰ ਜਦੋਂ ਰਾਮ ਜਨਮ ਭੂਮੀ ਦਾ ਅੰਦੋਲਨ ਆਇਆ ਤਾਂ ਉਸ ਸਮੇਂ 1990 ਦੇ ਅੰਦਰ ਮੈਂ ਉਸ ਅੰਦੋਲਨ ਤੇ ਜਾਣਾ ਚਾਹੁੰਦਾ ਸੀ, ਲੇਕਿਨ ਉਸ ਸਮੇਂ ਜਦੋਂ ਰਾਮ ਜੋਤੀ ਆਈ ਤਾਂ ਅਸੀਂ ਆਤਿਸ਼ਬਾਜ਼ੀ ਕਰ ਰਹੇ ਸਾਂ ਤਾਂ ਮੇਰੇ ਹੱਥ ਦੇ ਵਿੱਚ ਪਟਾਕੇ ਚੱਲ ਗਏ, ਜਿਸ ਕਾਰਨ ਮੈਨੂੰ ਅਧਿਕਾਰੀਆਂ ਨੇ ਉੱਥੇ ਜਾਣ ਦੀ ਆਗਿਆ ਨਹੀਂ ਦਿੱਤੀ। ਲੇਕਿਨ ਜਦੋਂ 1992 ਦਾ ਅੰਦੋਲਨ ਆਇਆ ਤਾਂ ਉਸ ਸਮੇਂ ਮੈਂ ਕਿਹਾ ਵੀ ਜੋ ਵੀ ਹੋਏ ਮੈਂ ਉਸ ਅੰਦੋਲਨ ਦੇ ਵਿੱਚ ਭਗਵਾਨ ਰਾਮ ਦੇ ਦਰਸ਼ਨ ਕਰਨ ਲਈ ਜ਼ਰੂਰ ਜਾਣਾ ਹੈ। ਔਰ ਮੈਂ ਉੱਥੇ ਗਿਆ ਔਰ ਅਸੀਂ ਆਪਦੇ ਆਪ ਨੂੰ ਖੁਸ਼ਨਸੀਬ ਸਮਝਦੇ ਹਾਂ ਕਿ ਭਗਵਾਨ ਰਾਮ ਦਾ ਜੋ ਮੰਦਿਰ ਦੇ ਉੱਪਰ ਗੁੰਬਦ ਬਣਿਆ ਹੋਇਆ ਸੀ, ਬਾਬਰੀ ਢਾਂਚਾ ਬਣਿਆ ਸੀ, ਉਸ ਨੂੰ ਗਿਰਾਉਣ ਦੇ ਵਿੱਚ ਅਸੀਂ ਵੀ ਆਪਣੇ ਹੱਥਾਂ ਦੇ ਨਾਲ ਕਾਰ ਸੇਵਾ ਕੀਤੀ ਔਰ ਉਸ ਨੂੰ ਗਿਰਾ ਕੇ ਅਸੀਂ ਵਾਪਸ ਅਯੋਧਿਆ ਤੋਂ ਆਪਣੇ ਘਰ ਆਏ ਔਰ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਅਸੀਂ ਜਿਸ ਕੰਮ ਦੇ ਲਈ ਭਗਵਾਨ ਰਾਮ ਨੇ ਸਾਨੂੰ ਜਨਮ ਦਿੱਤਾ, ਅਸੀਂ ਸਮਝਦੇ ਹਾਂ ਕਿ ਉਹ ਜੋ ਇੱਕ ਕਲੰਕ ਸੀ ਸਾਡੇ ਮੱਥੇ ਤੇ ਲੱਗਿਆ ਹੋਇਆ ਬਾਬਰੀ ਢਾਂਚਾ, ਅੱਜ ਅਸੀਂ ਉਸ ਕਲੰਕ ਨੂੰ ਹਿੰਦੁਸਤਾਨ ਦੇ ਮੱਥੇ ਤੋਂ ਖਤਮ ਕੀਤਾ ਹੈ। ਸਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਬੜੀ ਛੋਟੀ ਉਮਰ ਵਿੱਚ ਸਿਆਸਤ ਵਿੱਚ ਪੈਰ ਜਮਾਏ, ਸਰ ਉਸ ਟਾਈਮ 'ਚ ਤੇ ਹਰ ਪਰਸਨ ਨੂੰ ਇਹ ਹੁੰਦਾ ਕਿ ਮੈਂ ਆਹ ਬਣਾ, ਡਾਕਟਰ ਬਣਾ, ਇੰਜੀਨੀਅਰ ਬਣਾ ਜਾਂ ਕੁਝ ਕੰਮ ਕਰਾਂ, ਤੇ ਤੁਹਾਨੂੰ ਇਸ ਕੰਮ ਦਾ ਰੁਝਾਨ, ਸਿਆਸਤ ਵਿੱਚ ਆਉਣ ਦਾ ਰੁਝਾਨ ਤੁਹਾਨੂੰ ਕਿੱਥੋਂ? ਮੈਂ ਉਸ ਸਮੇਂ ਸਿਆਸਤ ਵਿੱਚ ਨਹੀਂ, ਰਾਸ਼ਟਰੀ ਸਵੈਮ ਸੇਵਕ ਸੰਘ ਦਾ ਕਾਰਿਆਕਰਤਾ ਬਣਿਆ ਜੀ। ਔਰ ਸੰਘ ਦੇ ਅੰਦਰ ਇੱਕ ਕਹਿੰਦੇ ਨੇ ਪੋਲਿਸ਼ ਜੋ ਹੁੰਦੀ ਨਾ, ਉਹ ਸੰਘ ਦੇ ਕਾਰਿਆਕਰਤਾ ਦੀ ਹੁੰਦੀ ਹੈ ਔਰ ਜੋ ਕਾਰਿਆਕਰਤਾ ਬਣ ਜਾਂਦਾ ਹੈ ਉਸ ਨੂੰ ਇੰਨੀ ਪ੍ਰੇਰਣਾ ਮਿਲਦੀ ਹੈ ਪੂਰੇ ਦੇਸ਼ ਦੇ ਬਾਰੇ, ਸਮਾਜ ਦੇ ਬਾਰੇ ਕਿ ਅਸੀਂ ਦੇਸ਼ ਵਾਸਤੇ ਕੀ ਕਰ ਸਕਦੇ ਹਾਂ। ਲੋਕ ਕਹਿੰਦੇ ਨੇ ਦੇਸ਼ ਦੇ ਵਾਸਤੇ ਮਰਨਾ ਚਾਹੀਦਾ ਹੈ, ਲੇਕਿਨ ਰਾਸ਼ਟਰੀ ਸਵੈਮ ਸੇਵਕ ਸੰਘ ਇੱਕ ਐਸਾ ਸੰਗਠਨ ਹੈ ਜਿਹੜਾ ਕਹਿੰਦਾ ਹੈ ਦੇਸ਼ ਕੇ ਲਈ ਜੀਣਾ ਸਿੱਖੇ, ਵੀ ਦੇਸ਼ ਵਾਸਤੇ ਮਰ ਗਏ ਤਾਂ ਕੀ ਕਰਾਂਗੇ, ਦੇਸ਼ ਵਾਸਤੇ ਜੀਣਾ ਚਾਹੀਦਾ ਹੈ ਕਿ ਤਾਂ ਕਿ ਅਸੀਂ ਦੇਸ਼ ਤੇ ਸਮਾਜ ਦੀ ਸੇਵਾ ਕਰ ਸਕੀਏ। ਇਹ ਪ੍ਰੇਰਣਾ ਸਾਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਤੋਂ ਮਿਲੀ। ਸਰ ਬੀਜੇਪੀ ਦੇ ਨਾਲ ਤੁਸੀਂ ਕਦੋਂ ਤੋਂ ਅਟੈਚ ਹੋ? ਮੇਰੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਜਨਸੰਘ, ਰਾਸ਼ਟਰੀ ਸਵੈਮ ਸੇਵਕ ਸੰਘ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਰਹੇ। ਮੇਰੇ ਫਾਦਰ ਸਾਹਿਬ ਵੀ ਮੰਡਲ ਪ੍ਰਧਾਨ ਰਹੇ ਨੇ, MC ਵੀ ਰਹੇ ਨੇ ਔਰ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ, ਕਿਉਂਕਿ ਲਗਭਗ ਰਾਤ ਨੂੰ ਵੀ ਅਸੀਂ ਘਰ ਇਕੱਠੇ ਬੈਠਣਾ ਹੁੰਦਾ, ਗੱਲਾਂ ਬਾਤਾਂ ਉਹਨਾਂ ਕੋਲ ਸੁਣਦੇ ਔਰ ਦੁਕਾਨ ਤੇ ਵੀ ਸਾਰੇ ਤਰ੍ਹਾਂ ਦੇ ਸਮਾਜ ਦੇ ਲੋਕ ਵੀ ਆਨੇ, ਲੀਡਰ ਵੀ ਆਨੇ BJP ਦੇ, ਤਾਂ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ ਮੇਰੀ ਰੂਟੀਨ ਉਸ ਤਰ੍ਹਾਂ। ਲਾਕਡਾਊਨ ਜਦੋਂ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਲਗਾਇਆ ਗਿਆ, ਉਸ ਸਮੇਂ ਦੇਸ਼ ਨੂੰ ਬਹੁਤ ਜ਼ਰੂਰਤ ਸੀ ਲਾਕਡਾਊਨ ਦੀ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਕੋਈ ਤਿਆਰੀ ਨਹੀਂ ਸੀ ਕਰੋਨਾ ਨੂੰ ਲੈ ਕੇ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਲਾਕਡਾਊਨ ਲਗਾ ਕੇ ਉਹ ਤਿਆਰੀ ਕੰਪਲੀਟ ਕੀਤੀ। ਜਿਸ ਤਰ੍ਹਾਂ ਵੈਂਟੀਲੇਟਰ ਦੀ ਜ਼ਰੂਰਤ ਸੀ, ਆਪਾਂ ਕਹਿ ਲਈਏ ਮਾਸਕ ਦੀ ਜ਼ਰੂਰਤ ਸੀ, ਕਿੱਟ ਦੀ ਜ਼ਰੂਰਤ ਸੀ, ਉਹ ਮਤਲਬ ਉਹਨਾਂ ਨੇ ਤਿਆਰੀ ਪੂਰੀ ਕੀਤੀ ਔਰ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਾਰੇ ਕਾਰਿਆਕਰਤਾ ਲਾਕਡਾਊਨ ਦੇ ਦਰਮਿਆਨ ਕੰਮ 'ਚ ਲੱਗੇ ਰਹੇ ਔਰ ਜੋ ਅਸੀਂ ਜਲਾਲਾਬਾਦ ਮੰਡਲ ਵੱਲੋਂ ਕੀਤਾ, ਲਗਭਗ
700 परिवारों ਨੂੰ राशन मुहैया कराया, कच्चा या पक्का, जी और 2000 करीब मास्क वंडे, सैनिटाइजर वंडे, और जो वॉलंटियर काम कर रहे थे जिस तरह डॉक्टरी स्टाफ सी, और 24 घंटे उन्होंने ड्यूटी थी, उन्होंने कोई छुट्टी नहीं, उन्होंने हौसला अफजाई करने लई असीं उन्होंने सम्मानित करने दे लई गए। सफाई सेवक लगातार काम कर रहे थे, उन्होंने सम्मानित करने दे लई गए। और पुलिस वालिਆਂ ਦੀ ड्यूटी क्योंकि घर तो बाहर ने और चौंकों ਦੇ ਵਿੱਚ बैठ के साडी हिफाजत कर रहे हैं, ਉਹਨਾਂ ਦੀ हौसला अफजाई ਕਰਨ ਦੇ ਲਈ ਵੀ ਅਸੀਂ ਉਹਨਾਂ ਨੂੰ सैनिटाइजर वंडे, मास्क वंडे और उन्होंने सम्मानित भी किया। सर ये तो जारी है कि लॉकडाउन ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰਾਂ ਦਾ, ਪਰ ਉਸ ਤੋਂ ਵੀ ਜ਼ਿਆਦਾ ਕਈ ਨੁਕਸਾਨ ਹੋਇਆ ਮਿਡਲ ਕਲਾਸ ਫੈਮਿਲੀ ਦਾ, ਕਿਉਂਕਿ ਇੱਕ ਰਿਚ ਫੈਮਿਲੀ ਬੈਂਕ ਬੈਲੈਂਸ ਕਰਕੇ ਉਹਨਾਂ ਦਾ ਸਰ ਗਿਆ ਔਰ ਗਰੀਬਾਂ ਦਾ ਸਰ ਗਿਆ ਕਿ ਉਹਨਾਂ ਦੇ ਘਰ ਤੱਕ ਰਾਸ਼ਨ ਦਿੱਤਾ ਗਿਆ, ਪਰ ਰਿਚ ਜਿਹੜੇ ਮਿਡਲ ਕਲਾਸ ਫੈਮਿਲੀ ਸੀ ਉਹ ਸ਼ਰਮ ਦੇ ਮਾਰੇ ਅੱਗੇ ਨਹੀਂ ਆਏ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ ਕਿ ਮੈਂ ਵੀ ਕਿਉਂਕਿ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਨਾ, ਜੀ ਮਿਡਲ ਕਲਾਸ ਫੈਮਿਲੀ ਵਾਲਾ ਜਿਹੜਾ ਕਿਸੇ ਕੋਲ ਮੰਗ ਨਹੀਂ ਸਕਦਾ, ਜੀ। ਉਹਨੂੰ ਇਹ ਲੱਗਦਾ ਮੈਂ ਇਹ ਕਵਾਂਗਾ ਤਾਂ ਮੇਰੀ ਬੇਇੱਜ਼ਤੀ ਹੋ ਜਾਏਗੀ। ਲੇਕਿਨ ਇਸ ਲਾਕਡਾਊਨ ਦੇ ਵਿੱਚ ਵੀ ਕੀ ਹੋਇਆ ਕਿ ਕੁਝ ਲੋਕ ਐਸੇ ਸਨ ਜਿਨ੍ਹਾਂ ਨੇ 6-6 ਮਹੀਨੇ ਦਾ ਰਾਸ਼ਨ ਆਪਣੇ ਘਰਾਂ ਦੇ ਵਿੱਚ ਇਕੱਠਾ ਕਰ ਲਿਆ। ਬਿਲਕੁਲ ਸਹੀ ਹੈ। ਉਹਨਾਂ ਨੇ ਰਾਸ਼ਨ ਇਕੱਠਾ ਇੱਕ ਸੰਸਥਾ ਕੋਲ ਲੈ ਲਿਆ, ਦੂਸਰੀ ਸੰਸਥਾ ਨੂੰ ਕਹਿਤਾ ਉਹਨਾਂ ਕੋਲ ਲੈ ਲਿਆ, ਤੀਸਰੀ ਕੋਲ ਲੈ ਲਿਆ, ਮਤਲਬ ਉਹ ਰਾਸ਼ਨ ਇਕੱਠਾ ਕਰਦੇ ਰਹੇ। ਲੇਕਿਨ ਮਿਡਲ ਕਲਾਸ ਲੋਕਾਂ ਦੇ ਲਈ ਵੀ ਅਸੀਂ ਬਾਅਦ ਵਿੱਚ ਲਗਭਗ ਫੇਸਬੁੱਕ ਤੇ ਵੀ ਸਾਡੇ ਵਿਮਲ ਪਟੇਜਾ ਜੀ ਫੇਸਬੁੱਕ ਤੇ ਪਾਉਂਦੇ ਰਹੇ ਨੇ ਲਗਾਤਾਰ ਵੀ ਮਿਡਲ ਕਲਾਸ ਫੈਮਿਲੀ ਨੂੰ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈ ਉਹ ਸਾਨੂੰ ਮਿਲਣ, ਸਾਨੂੰ ਦੱਸਣ, ਉਹਨਾਂ ਦੀ ਵੀ ਅਸੀਂ ਸਪੋਰਟ ਕਰਦੇ ਰਹੇ ਹਾਂ। ਕੋਈ ਸੰਸਥਾ ਵੱਲੋਂ ਰਾਸ਼ਨ ਲੈ ਕੇ ਜਾਂ ਕੋਈ ਆਪਣੇ ਅਸੀਂ ਬੀਜੇਪੀ ਵੱਲੋਂ ਜਾਂ ਜਿਸ ਤਰ੍ਹਾਂ ਵੀ, ਕਿਉਂਕਿ ਸਮਾਜ ਦਾ ਕੰਮ ਹੈ, ਸਾਰੇ ਸਮਾਜ ਨੇ ਕਰਨਾ ਹੈ। ਅਸੀਂ ਕਹੀਏ ਵੀ ਅਸੀਂ ਬੀਜੇਪੀ ਨੇ ਜੋ ਰਾਸ਼ਨ ਵੰਡਿਆ ਬੀਜੇਪੀ ਨੇ ਵੰਡਿਆ, ਨਹੀਂ, ਇਹ ਸਾਰੇ ਸਮਾਜ ਤੋਂ ਇਕੱਠਾ ਕਰਕੇ ਵੰਡਿਆ ਗਿਆ। ਸਰ ਅੱਜ ਦਾ ਇੱਕ ਮੁੱਦਾ ਚੱਲ ਰਿਹਾ ਕਿਸਾਨਾਂ ਨੂੰ ਲੈ ਕੇ, ਜੋ ਕਿ ਮੋਦੀ ਸਰਕਾਰ ਨੇ ਆਰਡੀਨੈਂਸ ਬਿੱਲ ਪਾਸ ਕੀਤੇ, ਉਹਨਾਂ ਬਾਰੇ ਤੁਹਾਡੀ ਕੀ ਕਹਿਣਾ ਹੈ? ਦੇਖੋ, ਕਿਸਾਨਾਂ ਦਾ ਮੁੱਦਾ ਇੱਕ ਗੰਭੀਰ ਮੁੱਦਾ ਹੈ ਜੀ, ਲੇਕਿਨ ਜੋ ਮੋਦੀ ਸਰਕਾਰ ਨੇ ਕੀਤਾ ਬਿਲਕੁਲ ਕਿਸਾਨਾਂ ਦੀ ਆय ਨੂੰ ਦੁੱਗਣੀ ਕਰਨ ਵਾਸਤੇ, ਜੀ ਕਿਉਂਕਿ ਆਪਣੇ ਦੇਸ਼ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰੀਏ, ਕਣਕ ਔਰ ਝੋਨਾ ਦੋ ਫਸਲਾਂ ਬੀਜੀਆਂ ਜਾਂਦੀਆਂ ਨੇ ਔਰ MSP ਤੇ ਖਰੀਦੀਆਂ ਜਾਂਦੀਆਂ ਨੇ, ਸਰਕਾਰ MSP ਦੇ ਨੂੰ ਖਰੀਦ ਰਹੀ ਹੈ। ਲੇਕਿਨ ਪ੍ਰੋਬਲਮ ਕਿੱਥੋਂ ਹੈ? ਸਰਕਾਰ ਇਹ ਚਾਹੁੰਦੀ ਹੈ ਵੀ ਇਸ ਤਰ੍ਹਾਂ ਦੀ ਫਸਲ ਬੀਜਣੀ ਚਾਹੀਦੀ ਹੈ ਜੋ ਕਿ ਜਿਸ ਫਸਲ ਦੀ ਦੇਸ਼ ਦੇ ਵਿੱਚ ਕਿੱਲਤ ਹੈ ਉਹ ਫਸਲਾਂ ਹੋਣ ਤਾਂ ਕਿ ਦੇਸ਼ ਖੁਸ਼ਹਾਲ ਹੋ ਸਕੇ। ਅੱਜ 90,000 ਕਰੋੜ ਰੁਪਇਆ ਜਿਹੜਾ ਦੇਸ਼ ਦਾ ਹਰ ਸਾਲ ਬਰਬਾਦ ਹੋ ਰਿਹਾ। ਕਿਉਂ ਹੋ ਰਿਹਾ ਕਿ ਅਗਰ ਅੱਜ ਕਣਕ ਤੇ ਝੋਨਾ ਇੱਕ ਦਾਣਾ ਵੀ ਆਪਾਂ ਨਾ ਬੀਜੀਏ ਨਾ, ਆਪਣੇ ਦੇਸ਼ ਦੇ ਵਿੱਚ 4 ਸਾਲ ਤੱਕ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ। 90,000 ਕਰੋੜ ਰੁਪਏ ਦਾ ਹਰ ਸਾਲ ਇਹ ਨੁਕਸਾਨ ਹੋ ਰਿਹਾ, ਸਟੋਰੇਜ ਦਾ ਔਰ ਬੇਕਾਰ ਹੋ ਰਿਹਾ। ਆਪਾਂ ਸਮਝਦੇ ਹਾਂ FCI ਦੇ ਗਡਾਊਨਾਂ ਵਿੱਚੋਂ, ਵੇਅਰ ਹਾਊਸ ਦੇ ਗਡਾਊਨਾਂ ਵਿੱਚੋਂ ਝੋਨਾ ਚੋਰੀ ਹੋ ਗਿਆ, ਉੱਪਰੋਂ ਤਰਪੈਲਾਂ ਉਤਰ ਗਈਆਂ, ਪਾਣੀ ਪੈ ਗਿਆ, ਮੀਂਹ ਨਾਲ ਭਿੱਜ ਗਿਆ, ਉਹ ਸਾਰਾ ਨੁਕਸਾਨ ਕਿੰਦਾ ਹੈ? ਉਹ ਨੁਕਸਾਨ ਸਾਡੇ ਦੇਸ਼ ਦਾ ਹੈ, ਉਹ ਟੈਕਸ ਦੀ ਮਾਰ ਸਾਨੂੰ ਪੈ ਰਹੀ ਹੈ, ਸਾਡੇ ਦੇਸ਼ ਨੂੰ ਹੀ ਪੈ ਰਹੀ ਹੈ। ਤਾਂ ਉਹਨਾਂ ਨੇ ਇਹ ਕੀਤਾ ਸੀ ਵੀ ਜਦੋਂ ਨਵੀਆਂ ਫਸਲਾਂ ਆਉਣਗੀਆਂ, ਲੋਕ ਇੱਕ ਗੱਲ ਕਰਦੇ ਨੇ ਜੀ, ਕੰਟਰੈਕਟ ਫਾਰਮਿੰਗ ਜੀ, ਕੰਟਰੈਕਟ ਫਾਰਮਿੰਗ ਵਿੱਚ ਕੀ ਕਹਿਤਾ, ਲੋਕਾਂ ਨੂੰ ਗੁੰਮਰਾਹ ਕਰਤਾ। ਕਾਂਗਰਸ ਨੇ, ਆਮ ਆਦਮੀ ਪਾਰਟੀ ਨੇ, ਅਕਾਲੀ ਦਲ ਵੀ ਨਾਲ ਰਲ ਗਈ ਕਿ ਕੰਟਰੈਕਟ ਫਾਰਮਿੰਗ ਵਿੱਚ ਜਿਹੜਾ ਤੁਹਾਡੇ ਨਾਲ ਕੰਟਰੈਕਟ ਕਰੇਗਾ ਉਹ ਤੁਹਾਡੀ ਜ਼ਮੀਨ ਦਾ ਕੰਟਰੈਕਟ ਉਹਦੇ ਨਾਂ ਤੇ ਹੋ ਜਾਏਗਾ, ਜਦ ਕਿ ਜ਼ਮੀਨ ਦਾ ਕੰਟਰੈਕਟ ਨਹੀਂ, ਕੰਟਰੈਕਟ ਸਿਰਫ ਫਸਲ ਦਾ ਹੈ। ਔਰ ਕੰਟਰੈਕਟ ਫਾਰਮਿੰਗ ਪੰਜਾਬ ਦੇ ਵਿੱਚ ਪਹਿਲੇ ਵੀ ਲਾਗੂ ਹੈ। 2012 ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਸਰਕਾਰ ਨੇ ਕੀਤਾ, ਕੰਟਰੈਕਟ ਫਾਰਮਿੰਗ ਲਾਗੂ ਹੈ। ਫਾਰਮਿੰਗ ਸਿਰਫ ਕੰਟਰੈਕਟ ਹੋਣਾ ਫਸਲ ਦਾ, ਲੇਕਿਨ ਕਿਸਾਨਾਂ ਨੂੰ ਅੱਜ ਗੁੰਮਰਾਹ ਕੀਤਾ ਜਾ ਰਿਹਾ, ਕਿਸਾਨਾਂ ਨੂੰ ਗੱਲ ਸੁਣਨ ਨਹੀਂ ਦਿੱਤੀ ਜਾ ਰਹੀ। ਪਿੱਛੇ ਇੱਕ ਬੈਠਕ ਹੋਈ ਹੈ ਦਿੱਲੀ ਦੇ ਵਿੱਚ ਆਪਣੇ ਕ੍ਰਿਸ਼ੀ ਮੰਤਰੀ ਜੀ ਨਾਲ ਔਰ ਪੀਯੂਸ਼ ਗੋਇਲ ਜੀ ਨਾਲ, ਤੇ ਉਸ ਮੀਟਿੰਗ ਦੇ ਵਿੱਚ 7 ਘੰਟੇ ਮੀਟਿੰਗ ਚੱਲੀ। ਇਹਦਾ ਮਤਲਬ 7 ਘੰਟੇ ਮੀਟਿੰਗ ਚੱਲੀ ਤਾਂ ਕੁਝ ਨਾ ਕੁਝ ਨਤੀਜਾ ਨਿਕਲੇਗਾ। ਹੁਣ ਦੁਬਾਰਾ ਫਿਰ ਮੀਟਿੰਗ ਉਹਨਾਂ ਦੀ ਤੈਅ, ਤਾਂ ਮੈਂ ਇਹ ਸਮਝਦਾ ਕਿਸਾਨ ਜਲਦੀ ਸਮਝ ਜਾਣਗੇ, ਕਿਸਾਨਾਂ ਨੂੰ ਸਮਝ ਆ ਜਾਏਗੀ ਕਿ ਸਾਡੇ ਹਿੱਤ ਦੀ ਗੱਲ ਹੋ ਰਹੀ ਹੈ। ਕਿਉਂਕਿ ਜੋ ਪ੍ਰਧਾਨ ਮੰਤਰੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਬਿਨਾਂ ਮਤਲਬ ਤੋਂ 2000 ਰੁਪਇਆ ਦੇ ਰਿਹਾ ਹੈ, ਉਹ ਪ੍ਰਧਾਨ ਮੰਤਰੀ ਕਦੀ ਵੀ ਕਿਸਾਨਾਂ ਦੇ ਨਾਲ ਦਗਾ ਨਹੀਂ ਕਰ ਸਕਦਾ, ਕਿਸਾਨਾਂ ਦੇ ਹਿੱਤ ਦੀ ਗੱਲ ਕਰੇਗਾ, ਕਿਸਾਨਾਂ ਨੂੰ ਜਿਸ ਦੇ ਵਿੱਚ ਫਾਇਦਾ ਹੋਵੇਗਾ ਉਹਦੀ ਗੱਲ ਕਰੇਗਾ, ਕਿਉਂਕਿ ਸਾਡਾ ਦੇਸ਼ ਕ੍ਰਿਸ਼ੀ ਪ੍ਰਧਾਨ ਦੇਸ਼ ਹੈ।
ਸਰ ਦੇਖਿਆ ਜਾਵੇ ਤੇ ਜਲਾਲਾਬਾਦ ਦੇ ਵਿੱਚ ਦਿਨੋ ਦਿਨ ਵਾਰਦਾਤਾਂ ਤੇ ਵਾਰਦਾਤਾਂ ਹੋਈ ਜਾ ਰਹੀਆਂ, ਉਹ ਕੀ ਕਾਰਨ ਨੇ ਕਿ ਇੰਨੀਆਂ ਵਾਰਦਾਤਾਂ ਹੋ ਰਹੀਆਂ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਮੈਂ ਤਾਂ ਇਹ ਕਹਾਂਗਾ ਕਿ ਕੋਈ ਚੋਰਾਂ ਤੇ ਜੀ ਅੰਕੁਸ਼ ਹੀ ਹੈ ਨਹੀਂ, ਕੋਈ ਪ੍ਰਸ਼ਾਸਨ ਨਾਮ ਦੀ ਚੀਜ਼ ਹੀ ਨਹੀਂ ਹੈਗੀ ਪੰਜਾਬ ਦੇ ਵਿੱਚ। ਪੂਰੇ ਪੰਜਾਬ ਦੀ ਗੱਲ ਤਾਂ ਕੀ ਕਰੀਏ, ਜਲਾਲਾਬਾਦ ਦੇ ਵਿੱਚ 1 ਸਾਲ ਪਹਿਲਾਂ 1.5 ਸਾਲ ਪਹਿਲਾਂ ਮੇਰੀ ਐਕਟਿਵਾ ਚੋਰੀ ਹੋਈ, ਅੱਜ ਤੱਕ ਕੋਈ ਸੁਰਾਗ ਨਹੀਂ। ਮੇਰੇ ਬੇਟੇ ਦਾ ਮੋਬਾਈਲ ਖੋ ਕੇ ਲੈ ਗਏ, ਅੱਜ ਤੱਕ ਕੋਈ ਸੁਰਾਗ ਨਹੀਂ। ਠੀਕ ਹੈ, अब ਜੇਕਰ ਆਪਾਂ 5-7 ਦਿਨਾਂ ਦੀ ਗੱਲ ਕਰੀਏ, 5-7 ਦਿਨਾਂ ਦੇ ਵਿੱਚ ਇੰਨੀਆਂ ਘਟਨਾਵਾਂ ਹੋ ਚੁੱਕੀਆਂ ਨੇ, ਕਿਧਰੇ ਕੋਈ ਪਰਸ ਖੋ ਕੇ ਲੈ ਗਿਆ, ਕਿਧਰੇ ਕੋਈ ਚੇਨ ਖੋ ਕੇ ਲੈ ਗਿਆ, ਔਰ ਕਿਧਰੇ ਪਿੱਛੇ ਕਾਕੀਜਾ ਦੇ ਮੇਲੇ ਤੇ ਮੈਂ ਗਿਆ ਸੀ ਤਾਂ ਉਸ ਦਿਨ ਹੀ ਪਤਾ ਲੱਗਿਆ ਕਿ ਉੱਥੇ 2 ਚੋਰ ਪਕੜੇ ਗਏ ਜੀ। 2 ਚੋਰ ਉੱਥੇ ਮੇਲੇ ਤੇ ਹੀ ਪਕੜੇ ਗਏ। ਲੇਕਿਨ ਪ੍ਰਸ਼ਾਸਨ ਬਿਲਕੁਲ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ। ਪ੍ਰਸ਼ਾਸਨ ਨੂੰ ਕੋਈ ਚਿੰਤਾ ਨਹੀਂ ਵੀ ਕੀ ਹੋ ਰਿਹਾ ਹੈ, ਸਿਰਫ ਇੱਕੋ ਜਵਾਬ ਉਹਨਾਂ ਦਾ ਹੁੰਦਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇਗੀ। ਆ ਪਿੱਛੇ ਗੋਬਿੰਦ ਨਗਰੀ ਦੇ ਵਿੱਚ ਲਗਭਗ 2.5-3 ਲੱਖ ਰੁਪਇਆ ਲੁੱਟਿਆ ਗਿਆ, ਇੱਕ ਕਤਲ ਹੋਇਆ, ਸ਼ਰੇਆਮ ਉਹਨਾਂ ਦੇ ਘਰ ਆ ਕੇ ਉਹਨੂੰ ਬਾਹਰ ਬੁਲਾ ਕੇ ਉਹਨੂੰ ਵੱਢ ਦਿੱਤਾ ਗਿਆ। ਲੇਕਿਨ ਕੋਈ 2 ਬੰਦੇ ਪਕੜੇ ਗਏ, ਬਾਕੀ ਫਰਾਰ ਨੇ ਸਾਰੇ। ਸਰ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਦਿਨੋ ਦਿਨ ਨਸ਼ਾ ਵੱਧਦਾ ਜਾ ਰਿਹਾ ਹੈ, ਉਹਦੇ ਕੀ ਕਾਰਨ ਨੇ? ਬੇਰੁਜ਼ਗਾਰੀ ਹੈ ਜਾਂ ਕੁਝ ਹੋਰ ਹੈ? ਦੇਖੋ, ਮੈਂ ਤਾਂ ਇਹ ਸਮਝਦਾ ਕਿ ਜਦੋਂ ਸਰਕਾਰ ਚਾਹੇ ਸਭ ਕੁਝ ਹੋ ਸਕਦਾ ਹੈ, ਕਿਉਂ ਨਹੀਂ ਹੋ ਸਕਦਾ? ਲੇਕਿਨ ਸਰਕਾਰਾਂ ਨਹੀਂ ਚਾਹ ਰਹੀਆਂ। ਦੇਖੋ, ਅਸੀਂ ਜਿਸ ਨੂੰ ਸਭ ਤੋਂ ਪਵਿੱਤਰ ਮੰਨਦੇ ਹਾਂ, ਪਾਵਨ ਮੰਨਦੇ ਹਾਂ, ਜਿੱਥੋਂ ਅਸੀਂ ਪ੍ਰੇਰਨਾ ਲੈਂਦੇ ਹਾਂ, ਸ਼੍ਰੀ ਗੁਟਕਾ ਸਾਹਿਬ ਤੋਂ। ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਪਕੜ ਕੇ ਉਹਨਾਂ ਦੀ ਕਸਮ ਖਾਣੀ ਕਿ ਜੇਕਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੇਗੀ, ਕਾਂਗਰਸ ਦੀ ਸਰਕਾਰ ਬਣੇਗੀ, ਤਾਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ। ਲੇਕਿਨ ਅੱਜ ਲਗਾਤਾਰ ਨਸ਼ਾ ਵੱਧ ਰਿਹਾ। ਪਹਿਲੇ ਕਹਿੰਦੇ ਸੀ ਜੀ ਇਹ ਅਕਾਲੀ ਦਲ ਕਰਵਾ ਰਿਹਾ ਹੈ, ਅਕਾਲੀ ਦਲ ਦੇ ਲੀਡਰ ਨਸ਼ੇ ਦੇ ਸੁਦਾਗਰਾਂ ਨਾਲ ਮਿਲੇ ਹੋਏ ਨੇ। ਤੁਸੀਂ ਕਹਿ ਰਹੇ ਸੀ ਨਸ਼ੇ ਦੇ ਸੁਦਾਗਰਾਂ ਨਾਲ ਅਕਾਲੀ ਦਲ ਦੇ ਲੀਡਰ ਮਿਲੇ ਨੇ, ਲੇਕਿਨ ਅੱਜ ਸਰਕਾਰ ਤੁਹਾਡੀ ਹੈ, ਤੁਸੀਂ ਕਿਉਂ ਨਹੀਂ ਕਾਬੂ ਕਰ ਰਹੇ? ਜ਼ਹਿਰੀਲੀ ਸ਼ਰਾਬ ਦੇ ਨਾਲ ਇੰਨੀਆਂ ਮੌਤਾਂ ਹੋ ਗਈਆਂ, ਤੁਸੀਂ ਕੀ ਕੀਤਾ? ਇੱਕ ਔਰਤ ਦਾ ਮੈਂ ਫੇਸਬੁੱਕ ਤੇ ਵੇਖ ਰਿਹਾ ਸੀ, ਜਿਸ ਦਾ ਪਤੀ ਮਰਿਆ ਸੀ। ਉਹਨੇ ਸ਼ਰੇਆਮ, ਜਿੱਥੇ ਮੁਆਵਜ਼ਾ ਵੰਡ ਰਿਹਾ ਸੀ, ਸ਼ਰੇਆਮ ਇਲਜ਼ਾਮ ਲਗਾਏ ਕਿ ਤੁਹਾਡੇ ਐਮਐਲਏ ਦਾ ਪੀਐਮ ਦੇ ਵਿੱਚ ਇਨਵੋਲਵ ਹੈ ਔਰ ਐਮਐਲਏ ਵੀ ਇਨਵੋਲਵ ਹੈ। ਲੇਕਿਨ ਉਸ ਲੇਡੀਜ਼ ਨੂੰ ਜਿਹੜਾ ਉਹਨਾਂ ਨੇ ਰਾਸ਼ੀ ਦੇਣੀ ਸੀ, ਰਾਸ਼ੀ ਦਾ ਚੈੱਕ ਦੇਣਾ ਸੀ, ਉਹ ਚੈੱਕ ਦੇਣ ਦੀ ਬਜਾਏ ਉਹਨੂੰ ਧੱਕੇ ਮਾਰ ਕੇ ਉਸ ਸਮਾਗਮ ਤੋਂ ਬਾਹਰ ਕੱਢ ਦਿੱਤਾ। ਇਹ ਸਾਡੇ ਪੰਜਾਬ ਦੀ ਸਰਕਾਰ ਚੱਲਦੀ। ਸਰ ਸਾਡੇ ਚੈਨਲ ਰਾਹੀਂ ਤੁਸੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਇਹ ਜੋ ਨਸ਼ਾ ਚੱਲ ਰਿਹਾ, ਇੰਨਾ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਹੈ ਨਸ਼ੇ ਦੇ ਕਾਰਨ ਕਿ ਲਗਾਤਾਰ ਨੌਜਵਾਨ ਪੀੜ੍ਹੀ, ਮੈਂ ਕਈ ਨੌਜਵਾਨਾਂ ਨੂੰ ਦੇਖਦਾ ਕਿ ਉਹ ਜਦੋਂ ਚੱਲਦੇ ਨੇ ਨਾ, ਉਹਨਾਂ ਦੇ ਪੈਰ ਐਂ ਇਸ ਤਰ੍ਹਾਂ, ਕਿਉਂਕਿ ਉਹ ਚੱਲ ਹੀ ਨਹੀਂ ਪਾ ਰਹੇ। ਇੰਨੀ ਮਤਲਬ ਕਮਜ਼ੋਰੀ ਆ ਚੁੱਕੀ ਉਹਨਾਂ ਅੰਦਰ ਕਿ ਸਹੀ ਢੰਗ ਨਾਲ ਚੱਲ ਵੀ ਨਹੀਂ ਸਕਦੇ। ਤਾਂ ਮੈਂ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਔਰ ਜੋ ਚੰਗੀਆਂ ਖੇਡਾਂ ਨੇ, ਜੋ ਸਾਡੀਆਂ ਪੰਜਾਬ ਦੀਆਂ ਸੱਭਿਆਚਾਰਕ ਖੇਡਾਂ ਨੇ, ਉਹਨਾਂ ਵੱਲੇ ਧਿਆਨ ਦੇਣਾ ਚਾਹੀਦਾ ਨੌਜਵਾਨਾਂ ਨੂੰ। ਸਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਬੀਜੇਪੀ ਨਾਲ ਜੁੜੇ ਹੋਏ ਹੋ, ਬੀਜੇਪੀ 'ਚ ਤੁਹਾਨੂੰ ਜੋ ਅਹੁਦਾ ਦਿੱਤਾ ਗਿਆ, ਉਹ ਕਿਹੜੀ ਜ਼ਿੰਮੇਵਾਰੀਆਂ ਤੇ ਅਹੁਦਾ ਦਿੱਤਾ ਗਿਆ? 2008 ਦਾ ਜਦੋਂ ਨਗਰ ਕੌਂਸਲ ਦਾ ਚੁਣਾਵ ਸੀ ਜੀ, ਮੈਂ ਉਸ ਸਮੇਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਨਗਰ ਕਾਰਜਭਾਰ ਦੇ ਨਾਤੇ ਕੰਮ ਦੇਖ ਰਿਹਾ ਸੀ। ਜਲਾਲਾਬਾਦ ਸ਼ਹਿਰ ਦਾ ਜ਼ਿੰਮੇਵਾਰੀ ਮੇਰੇ ਕੋਲ ਸੀ। ਲੇਕਿਨ ਅਚਾਨਕ ਇਲੈਕਸ਼ਨ ਤੋਂ 15 ਦਿਨ ਪਹਿਲੇ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ, ਕਿਉਂਕਿ ਟਿਕਟ ਉਹਨਾਂ ਨੂੰ ਫਾਈਨਲ ਸੀ। ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਫਿਰ ਪਾਰਟੀ ਨੇ ਮੈਨੂੰ ਪੁੱਛਿਆ ਵੀ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ, ਤੁਸੀਂ ਟਿਕਟ ਤੁਹਾਨੂੰ ਦੇਣੀ ਹੈ। ਮੈਂ ਆਪਣੇ ਪਰਿਵਾਰ ਨਾਲ ਔਰ ਆਪਣੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਾਡੇ ਜੋ ਅਧਿਕਾਰੀ ਸੀ ਉਹਨਾਂ ਨਾਲ ਗੱਲਬਾਤ ਕਰਕੇ ਉਹ ਕਹਿੰਦੇ ਠੀਕ ਹੈ, ਤੁਹਾਨੂੰ ਅਗਰ ਟਿਕਟ ਦਿੰਦੇ ਨੇ ਤੁਸੀਂ ਇਲੈਕਸ਼ਨ ਲੜੋ। ਔਰ 2008 'ਚ ਮੈਂ ਨਗਰ ਕੌਂਸਲ ਦਾ ਚੁਣਾਵ ਲੜਿਆ ਔਰ ਜਿੱਤਿਆ। ਉਸ ਤੋਂ ਬਾਅਦ ਮੈਂ 2011 ਦੇ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਬਣਿਆ, 2011 ਤੋਂ ਲੈ ਕੇ 2013 ਤੱਕ। ਔਰ ਉਸ ਤੋਂ ਬਾਅਦ ਫਿਰ ਮੈਂ ਬੀਜੇਪੀ ਦਾ ਪ੍ਰਧਾਨ ਬਣਿਆ, ਮੰਡਲ ਪ੍ਰਧਾਨ। 3 ਸਾਲ ਮੈਂ ਬੀਜੇਪੀ ਦਾ ਮੰਡਲ ਪ੍ਰਧਾਨ ਰਿਹਾ ਔਰ ਉਸ ਦੌਰਾਨ ਮੈਂ
ਸਰਹੱਦੀ ਲੋਕ ਸੇਵਾ ਸਮਿਤੀ ਦਾ ਜ਼ਿਲ੍ਹਾ ਪ੍ਰਧਾਨ ਦੇ ਨਾਤੇ ਵੀ ਲਗਭਗ 3 ਸਾਲ ਕੰਮ ਕੀਤਾ ਹੈ। ਜੋ ਸਰਹੱਦ ਦਾ ਖੇਤਰ ਹੈ ਉਸ ਦੇ ਲਈ ਸਰਹੱਦੀ ਲੋਕ ਸੇਵਾ ਸਮਿਤੀ ਕੰਮ ਕਰ ਰਹੀ ਹੈ। ਸਰਵਿਤਕਾਰੀ ਵਿਦਿਆ ਮੰਦਿਰ ਦਾ ਮੇਰੇ ਕੋਲ ਜ਼ਿੰਮੇਵਾਰੀ ਹੈ ਪ੍ਰਧਾਨ ਦੇ ਨਾਤੇ, ਔਰ ਦੇवी द्वारा रामला कमेटी की जिम्मेवारी प्रधान के नाते, स्वर्णकार संघ का मैं जनरल सैकटरी हाँ जलालाबाद। जो भी संगठन के अंदर असी कार्यकर्ता के नाते काम करते हैं। संगठन सानू कहता है जी ये जिम्मेवारी तो छड़ दो छड़ देने, संगठन कहता है तुहानू यह जिम्मेवारी ते असीं लगाना है, असीं लग जाने। क्योंकि साडी जो प्रेरणा है वो महापुरुष ने स्वामी विवेकानंद जी, डॉक्टर हेडगेवार जी, डॉक्टर श्यामा प्रसाद मुखर्जी, पंडित दीनदयाल उपाध्याय जी, अटल बिहारी वाजपेयी जी, आज मोदी जी जो देश वास्ते बहुत चंगा कर रहे हैं, आज सब तो बड़ी प्रेरणा वो भी ने। और उन्हां दी प्रेरणा सदके सानू जिम्मेवारियां नाल नहीं, असीं कोई जिम्मेवारियां नाल नहीं जुड़े हुए, असीं समाज का काम करना है। सानू जो भी संगठन आज्ञा करे असीं संगठन के मुताबिक काम करते रहे। एसी ब्लॉक जलालाबाद ਦੇ बीजेपी ਦੇ ਲੀਡਰ ਰਾਜ ਚੌਹਾਨ ਜੀ, ਜਿਨ੍ਹਾਂ ਨੇ ਬੜੇ ਹੀ ਛੋਟੀ ਉਮਰ ਵਿੱਚ ਸਿਆਸਤ ਵਿੱਚ ਪੈਰ ਰੱਖਿਆ ਤੇ ਅੱਜ ਤੱਕ ਸੱਚੇ ਸੁੱਚੇ ਢੰਗ ਨਾਲ ਰਾਜਨੀਤੀ ਨਿਭਾਈ। ਐਸੇ ਤਰ੍ਹਾਂ ਮਿਲਵਾਉਂਦੇ ਰਵਾਂਗੇ ਹੋਰ ਹਸਤੀਆਂ ਦੇ ਨਾਲ। ਸਤਿ ਸ਼੍ਰੀ ਅਕਾਲ।